Good morning, students. Welcome to Krypton Academy of Chemistry. I'm Sahil. In last three lectures, we discuss about discovery of electron, proton and neutron. ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਐਟਮ ਦੇ ਅੰਦਰ ਇਲੈਕਟ੍ਰੋਨਸ ਨੇ, ਪ੍ਰੋਟੋਨਸ ਨੇ ਤੇ ਨਿਊਟਰੋਨਸ ਨੇ। ਬਟ ਆਪਾਂ ਨੂੰ ਐਵੇਂ ਨਹੀਂ ਪਤਾ ਕਿ ਐਟਮ ਦੀ ਸ਼ੇਪ ਕਿਹੋ ਜਿਹੀ ਹੈ, ਕਿ ਐਟਮ ਦੀ ਸ਼ੇਪ ਸਕੇਅਰ ਸ਼ੇਪ ਦੇ ਵਿੱਚ ਹੈ, ਕਿ ਐਟਮ ਇਨ ਦਾ ਫਾਰਮ ਆਫ ਸਰਕੂਲਰ ਡਿਸਕ ਹੈ, ਜਾਂ ਐਟਮ ਕੀ ਇੱਕ ਸਫੀਅਰ ਸ਼ੇਪ ਦੇ ਵਿੱਚ ਹੈ। ਚਲੋ ਆਪਾਂ ਮੰਨ ਲੈਂਦੇ ਐਟਮ ਦੀ ਇਹਨਾਂ ਦੇ ਵਿੱਚ ਕੋਈ ਵੀ ਸ਼ੇਪ ਹੈ। ਫਿਰ ਆਪਾਂ ਨੂੰ ਐਵੇਂ ਨਹੀਂ ਪਤਾ ਕਿ ਐਟਮ 'ਚ ਇਲੈਕਟ੍ਰੋਨ ਕਿੱਥੇ ਪਏ ਨੇ, ਪ੍ਰੋਟੋਨਸ ਕਿੱਥੇ ਪਏ ਨੇ ਤੇ ਨਿਊਟਰੋਨਸ ਕਿੱਥੇ ਪਏ ਨੇ। ਹੁਣ ਇਲੈਕਟ੍ਰੋਨ, ਪ੍ਰੋਟੋਨ, ਨਿਊਟਰਨ ਤੇ ਐਟਮ ਦੀ ਸ਼ੇਪ ਨੂੰ ਦੱਸਣ ਦੇ ਲਈ ਸਾਇੰਟਿਸਟ ਨੇ ਆਪਣੀ ਡਿਸਕਵਰੀ ਸਟਾਰਟ ਕਰਤੀ ਤੇ ਕੁਝ ਸਾਇੰਟਿਸਟ ਨੇ ਆਪਣੇ ਮੋਡਲ ਦਿੱਤੇ। ਐਟਮ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨ ਦੇ ਲਈ ਕੁਝ ਸਾਇੰਟਿਸਟ ਨੇ ਆਪਣੇ ਮੋਡਲ ਦਿੱਤੇ, ਜਿਸ ਨੂੰ ਕੀ ਬੋਲਦੇ ਆ, ਮੋਡਲ ਆਫ ਐਟਮ। ਠੀਕ ਹੈ, ਮੋਡਲ ਆਫ ਐਟਮ ਦਾ ਮਤਲਬ ਹੈ ਕਿ ਐਟਮ ਦੀ ਐਕਚੁਅਲ ਸਟਰਕਚਰ ਕਿਹੋ ਜਿਹੀ ਹੈ, ਉਸ ਦੇ ਸਬ ਐਟੋਮਿਕ ਪਾਰਟੀਕਲ ਦੀ ਪੋਜੀਸ਼ਨ ਕਿੱਥੇ ਹੈ। ਸਭ ਤੋਂ ਪਹਿਲਾ ਮਾਡਲ ਜੋ ਦਿੱਤਾ ਸੀ, ਸਭ ਤੋਂ ਪਹਿਲਾ ਮਾਡਲ ਦਿੱਤਾ ਆਪਾਂ ਨੂੰ ਥੋਮਸਨ ਨੇ, ਜਿਸ ਦਾ ਨਾਮ ਹੈ ਥੋਮਸਨ ਮਾਡਲ ਆਫ ਐਟਮ। ਦੇਖੋ ਥੋਮਸਨ ਨੇ ਕਾफ़ੀ ਜ਼ਿਆਦਾ ਕੰਮ ਕੀਤਾ ਹੈ। ਇਲੈਕਟ੍ਰੋਨ ਡਿਸਕਵਰੀ ਕਿਹਨੇ ਕੀਤੀ? ਥੋਮਸਨ ਨੇ। ਚਾਰਜ ਬਾਏ ਮਾਸ ਰੇਸ਼ੋ ਇਲੈਕਟ੍ਰੋਨ ਦੀ ਕਿਸ ਨੇ ਕੱਢੀ? ਥੋਮਸਨ ਨੇ। ਠੀਕ ਹੈ, ਉਸ ਤੋਂ ਬਾਅਦ ਐਟਮ ਦਾ ਫਸਟ ਮਾਡਲ ਕਿਸ ਨੇ ਦਿੱਤਾ ਆਪਾਂ ਨੂੰ? ਥੋਮਸਨ ਨੇ। ਹੁਣ ਥੋਮਸਨ ਦਾ ਮਾਡਲ ਕੀ ਸੀਗਾ? ਹੁਣ ਥੋਮਸਨ ਦੇ ਮਾਡਲ ਦੇ ਅਕੋਰਡਿੰਗ ਜੋ ਐਟਮ ਹੈ ਇੱਕ ਯੂਨੀਫਾਰਮ ਸਫੀਅਰ ਹੈ, ਇੱਕ ਯੂਨੀਫਾਰਮ ਸਫੀਅਰ ਹੈ। ਠੀਕ ਹੈ, ਜਿਸ ਦਾ ਸਾਈਜ਼ ਹੈ ਅਪਰੋਕਸੀਮੇਟਲੀ 10⁻⁻10 ਮੀਟਰ। ਜਿਸ ਦਾ ਸਾਈਜ਼ ਕਿੰਨਾ? ਅਪਰੋਕਸੀਮੇਟਲੀ 10⁻⁻10 ਮੀਟਰ। ਅਤੇ ਸਫੀਅਰ ਦਾ ਰੇਡੀਅਸ ਕਿੰਨਾ ਹੈ? ਸਫੀਅਰ ਦਾ ਰੇਡੀਅਸ ਵੀ ਹੈ 10⁻⁻10 ਮੀਟਰ। ਠੀਕ ਹੈ, ਵਿਚ ਇਜ਼ ਨੀਅਰਲੀ ਇਕੁਅਲ ਟੂ ਦਾ ਸਾਈਜ਼ ਆਫ ਐਟਮ। ਹੁਣ ਥੋਮਸਨ ਨੇ ਕੀ ਕਿਹਾ? ਕਹਿੰਦਾ ਜੋ ਐਟਮ ਹੈ ਇੱਕ ਸਫੀਅਰ ਸ਼ੇਪ ਦੇ ਵਿੱਚ ਹੈ। ਐਟਮ ਕੀ ਇੱਕ ਯੂਨੀਫਾਰਮ ਸਫੀਅਰ ਹੈ, ਜਿਸ ਦੇ ਵਿੱਚ ਜੋ ਪੋਜ਼ੀਟਿਵ ਚਾਰਜ ਹੈ, ਜਿਸ ਦੇ ਵਿੱਚ ਜੋ ਪੋਜ਼ੀਟਿਵ ਚਾਰਜ ਹੈ ਉਹ ਯੂਨੀਫਾਰਮਲੀ ਡਿਸਟਰੀਬਿਊਟ ਕੀਤਾ ਹੋਇਆ। ਜਿਸ ਦੇ ਅੰਦਰ ਜੋ ਪੋਜ਼ੀਟਿਵ ਚਾਰਜ ਹੈ ਉਹ ਯੂਨੀਫਾਰਮਲੀ ਕੀ ਕੀਤਾ ਹੋਇਆ? ਡਿਸਟਰੀਬਿਊਟ ਕੀਤਾ ਹੋਇਆ। ਅਤੇ ਇਲੈਕਟ੍ਰੋਨ ਇਸ ਤਰੀਕੇ ਨਾਲ ਇੰਬੈਡ ਕੀਤੇ ਨੇ, ਜੋ ਪੋਜ਼ੀਟਿਵ ਚਾਰਜ ਹੈ ਉਹ ਯੂਨੀਫਾਰਮਲੀ ਕੀ ਕੀਤਾ? ਡਿਸਟਰੀਬਿਊਟ ਕੀਤਾ। ਅਤੇ ਇਲੈਕਟ੍ਰੋਨ ਇਸ ਤਰੀਕੇ ਨਾਲ ਪਾਏ ਨੇ ਕਿ ਓਵਰਆਲ ਆਪਣਾ ਐਟਮ ਇਲੈਕਟ੍ਰੀਕਲੀ ਨਿਊਟਰਲ ਹੈ। ਓਵਰਆਲ ਆਪਣਾ ਐਟਮ ਕੀ ਇਲੈਕਟ੍ਰੀਕਲੀ ਨਿਊਟਰਲ ਹੈ, ਮਤਲਬ ਜਿੰਨਾ ਪੋਜ਼ੀਟਿਵ ਚਾਰਜ ਹੈ ਓਨਾ ਹੀ ਕੀ ਹੈ? ਨੈਗੇਟਿਵ ਚਾਰਜ ਹੈ। ਇਹਦੀ ਇੱਕੋ ਹੀ ਗੱਲ ਠੀਕ ਸੀ ਕਿ ਐਟਮ ਇਲੈਕਟ੍ਰੀਕਲੀ ਕੀ ਹੁੰਦਾ ਹੈ? ਨਿਊਟਰਲ ਹੁੰਦਾ ਹੈ। ਬਟ ਇਸ ਤੋਂ ਗਲਤੀ ਕੀ ਹੋਈ? ਅਸੀਂ ਨਿਊਟਰੋਨ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਇਹ ਸਿਰਫ ਦੋ ਪਾਰਟੀਕਲ ਦੀ ਗੱਲ ਕਰ ਰਿਹਾ ਸੀ, ਇੱਕ ਪ੍ਰੋਟੋਨ ਦੀ ਅਤੇ ਇੱਕ ਇਲੈਕਟ੍ਰੋਨ ਦੀ। ਇਹ ਕਹਿੰਦਾ ਜੋ ਪੋਜ਼ੀਟਿਵ ਚਾਰਜ ਹੈ ਯੂਨੀਫਾਰਮਲੀ ਡਿਸਟਰੀਬਿਊਟ ਕੀਤਾ ਹੋਇਆ ਸਾਰੇ ਸਫੀਅਰ ਦੇ ਉੱਪਰ, ਅਤੇ ਨੈਗੇਟਿਵ ਚਾਰਜਿਸ ਨੂੰ ਇੰਬੈਡ ਕੀਤਾ ਹੋਇਆ ਐਜ਼ ਸੀਡਸ। ਜਿਵੇਂ ਬੀਜ ਵਾਟਰਮੈਲਨ ਦੇ ਅੰਦਰ ਹੁੰਦੇ ਨੇ, ਤੁਸੀਂ ਵਾਟਰਮੈਲਨ ਦੇਖਿਆ ਹੋਊਗਾ। ਵਾਟਰਮੈਲਨ ਦੇ ਵਿੱਚ ਕੀ ਹੁੰਦਾ? ਜੋ ਰੈੱਡ ਕਲਰ ਦਾ ਪਾਰਟ ਹੈ, ਰੈੱਡ ਦਾ ਕਲਰ ਦਾ ਪਾਰਟ ਯੂਨੀਫਾਰਮਲੀ ਡਿਸਟਰੀਬਿਊਟ ਕੀਤਾ ਹੁੰਦਾ ਹੈ। ਉਹ ਰੈੱਡ ਕਲਰ ਦਾ ਪਾਰਟ ਕੀ ਆਪਣੇ ਕੋਲ? ਪੋਜ਼ੀਟਿਵ ਚਾਰਜ ਹੈ। ਜੋ ਰੈੱਡ ਕਲਰ ਦਾ ਪਾਰਟ ਹੈ ਉਹ ਆਪਣੇ ਕੋਲ ਕੀ? ਪੋਜ਼ੀਟਿਵ ਚਾਰਜ ਹੈ। ਜੋ ਬਲੈਕ ਕਲਰ ਦੇ ਸੀਡਸ ਹੁੰਦੇ ਹੈ, ਜੋ ਬਲੈਕ ਕਲਰ ਦੇ ਸੀਡਸ ਇੰਬੈਡ ਕੀਤੇ ਹੁੰਦੇ ਹੈ ਵਾਟਰਮੈਲਨ ਦੇ ਅੰਦਰ, ਉਹ ਸੀਡਸ ਕੀ ਨੇ? ਇਲੈਕਟ੍ਰੋਨਸ। ਉਹ ਸੀਡਸ ਕੀ ਨੇ? ਇਲੈਕਟ੍ਰੋਨ। ਉਹ ਇਲੈਕਟ੍ਰੋਨ ਇਸ ਤਰੀਕੇ ਨਾਲ ਇੰਬੈਡ ਕੀਤੇ ਹੋਏ ਨੇ, ਉਹ ਇਲੈਕਟ੍ਰੋਨਸ ਇਸ ਤਰੀਕੇ ਨਾਲ ਇੰਬੈਡ ਕੀਤੇ ਹੋਏ ਨੇ ਕਿ ਜਿੰਨਾ ਪੋਜ਼ੀਟਿਵ ਚਾਰਜ ਹੈ ਓਨਾ ਹੀ ਕੀ ਹੈ? ਨੈਗੇਟਿਵ ਚਾਰਜ। ਇਸ ਕਰਕੇ ਇਸ ਮਾਡਲ ਨੂੰ ਆਪਾਂ ਕੀ ਨਾਮ ਦਿੰਦੇ ਹਾਂ? ਵਾਟਰਮੈਲਨ ਮਾਡਲ। ਇਸ ਕਰਕੇ ਇਸ ਮਾਡਲ ਨੂੰ ਕੀ ਨਾਮ ਦਿੰਦੇ ਆਪਾਂ? ਵਾਟਰਮੈਲਨ ਮਾਡਲ। ਜਾਂ ਕੁਛ ਨਾਮ ਇਹਦੇ ਹੋਰ ਵੀ ਨੇ, ਜਿਵੇਂ ਕਿ ਰੇਸਿਨ ਪੁਡਿੰਗ ਮਾਡਲ ਜਾਂ ਰੇਸਿਨ ਕੇਕ ਮਾਡਲ। ਕੁਛ ਨਾਮ ਇਹਦੇ ਹੋਰ ਨੇ, ਰੇਸਿਨ ਪੁਡਿੰਗ ਮਾਡਲ ਜਾਂ ਰੇਸਿਨ ਕੇਕ ਮਾਡਲ ਜਾਂ ਪਲਮ ਪੁਡਿੰਗ ਮਾਡਲ ਜਾਂ ਪਲਮ ਪੁਡਿੰਗ ਮਾਡਲ। ਇਸ ਮਾਡਲ ਦੇ ਕਾਫੀ ਨਾਮ ਰੱਖੇ ਹੋਏ ਨੇ, ਵਾਟਰਮੈਲਨ ਮਾਡਲ, ਰੇਸਿਨ ਪੁਡਿੰਗ ਮਾਡਲ, ਰੇਸਿਨ ਕੇਕ ਮਾਡਲ ਐਂਡ ਪਲਮ ਪੁਡਿੰਗ ਮਾਡਲ। ਹੁਣ ਰੇਸਿਨ ਕੀ ਹੁੰਦੀ ਹੈ? ਕਿਸ਼ਮਿਸ਼। ਹੁਣ ਜਿਵੇਂ ਕੇਕ ਦੇ ਵਿੱਚ ਕੀ ਕਰਦੇ ਹੈ? ਜੋ ਕੇਕ ਹੁੰਦਾ ਹੈ
ठीक है। केक दे विच की करदे है, केक दा जो अंदर वाला पार्ट है, ठीक है, जो अंदर वाला पार्ट है जो मैदे तो बनया हुंदा है, वो वाला पार्ट की है अपना पॉजिटिव चार्ज है, वो की है पॉजिटिव चार्ज है। तो केक दे अंदर जो इलैक्ट्रॉन्स ने मतलब किशमिश जो रेसिन्स ने वो इस तरीके नाल इंबैड कीती हुई हैं कि जिन्ना उसका आउटर पार्ट है उन्नी अपने कोल की ने रेसिन्स ने, इस करके इसनूं की बोलते हैं रेसिन पुडिंग मॉडल। पुडिंग भी केक वर्गी होंदी है, ठीक है, जिन्ना ही रेसिन्स ने उन्नी की ने, रेसिन्स नूं की बोल रहे हैं आपां नैगेटिव चार्ज, तो जो केक दी ब्रैड है उसनूं की बोल रहे हैं आपां, जो केक दी ब्रैड है उसनूं की बोल रहे हैं पॉजिटिव चार्ज। जिन्ना ब्रैड है उन्नी की ने रेसिन्स ने, बट एक्चुअल दे विच एवें नहीं हुंदा, ठीक है। इस मॉडल दे विच काफ़ी गलतियां सीगियां, इहदी इक्को ही गल ठीक सी जो एटम अपना की इलैक्ट्रिकली न्यूट्रल है, ठीक है। जे थॉमसन ही की क्या तुहानूं हुण दस के हटिया, जे थॉमसन मॉडल ऑफ एटम कंसिस्ट ऑफ ए स्फीयर, उसने की एटम यूनीफॉर्म स्फीयर है जिस दे विच की फिल किया होया है पॉजिटिव चार्ज, तो उस दे अंदर कुछ पार्टिकल्स ने जो इंबैड किए हुए हैं थ्रू आउट द पॉजिटिव चार्ज, जिन्होंने आप की बोलते हैं इलैक्ट्रॉन्स, ठीक है। ये सब तो पहला मॉडल सीगा जे थॉमसन मॉडल जो आपको किसने दिता, थॉमसन ने, ठीक है। इसनूं की बोलते हैं आपां वाटरमैलन मॉडल भी बोलते हैं या रेसिन पुडिंग मॉडल भी बोलते हैं। जो नैक्सट मॉडल से अपने कोले वो की सीगा रदरफोर्ड मॉडल ऑफ एटम। जो नैक्सट मॉडल है अपने कोल की है रदरफोर्ड मॉडल। हुण देखो रदरफोर्ड ने कीता, रदरफोर्ड ने 1909 दे विच 1909 दे विच अपने दो स्टूडेंट्स दे नाल जिन्हां दा नाम सीगा गीगर एंड मैस्टन, गीगर एंड मैस्टन की हैल्प के नाल एक अल्फा स्कैटरिंग एक्सपैरीमेंट किया, एक अल्फा स्कैटरिंग एक्सपैरीमेंट किया, ठीक है। तुहानूं पता है रदरफोर्ड ने किस चीज़ की डिस्कवरी की सी, रदरफोर्ड ये मॉडल क्यों बना रहा सी, रदरफोर्ड ने यह मॉडल इसलिए बनाया अपने स्टूडेंट्स के नाल ताकि वो प्रूफ करना चाहता सी कि एटम दे विच कुछ होर पार्टिकल्स ने, एटम के अंदर एक हैवीली चार्ज बॉडी है जिसनों आप की बोलते हैं न्यूक्लियस। तो रदरफोर्ड ने न्यूक्लियस डिस्कवरी की सी, किवें डिस्कवरी की, उसने एक अल्फा स्कैटरिंग एक्सपैरीमेंट बनाया सी कि अल्फा पार्टिकल स्कैटर किवें हुंदे है, उस चीज़ ने उसने डिटेल दे विच एक्सप्लेन किया, जिस दी हैल्प दे नाल वो न्यूक्लियस नूं डिस्कवर कर पाया। हुण देखो रदरफोर्ड ने की कीता, एक लैड दा ब्लॉक लिया, एक लैड दा की कीता ब्लॉक दे विच की प्लेस करता रेडियम। तुहानूं स्क्रीन दे विच ध्यान नाल देखो, एक ब्लॉक है इस दे विच की प्लेस किया रेडियम। जो रेडियम है अपने कोले ये अल्फा पार्टिकल मीटर है, एक ही मिट कर रहे हैं अल्फा पार्टिकल्स, जो रेडियम से की मिट कर रहे हैं अल्फा पार्टिकल। इसनों एक नैरो स्लिट दे विच पास करता, स्लिट का की काम है जो बीम ऑफ लाइट आ रही है उसनों कन्वर्ट करना एक थिन लाइट दे विच। अल्फा जो पार्टिकल्स निकलणगे किसी भी डायरैक्शन दे स्कैटर हो सकते हैं, बट ये स्लिट की करती है उन्हें एक फाइन बीम दे विच चेंज कर देंदी है। स्लिट्स का की काम है जो रे ऑफ लाइट आ रही है, जो रे ऑफ पार्टिकल्स आ रहे हैं उसनों चेंज करना एक फाइन बीम दे विच, मतलब सिंगल लाइट दे विच, ठीक है। तो उस रेज नूं इसने पास किया एक थिन गोल्ड फॉइल दे विच, उन्हां रेस नूं इसने पास करता एक थिन गोल्ड फॉइल दे विचों, जिस दी थिकनेस सी अबाउट 100 नैनोमीटर। जो गोल्ड फॉइल रखी हुई है इसकी थिकनेस कितनी है 100 नैनोमीटर, ठीक है। जो इसने इस दे विचों अल्फा पार्टिकल पास किए तो इसने कि अल्फा पार्टिकल ये पास हो रहे हैं कि नहीं हो रहे, हुण इसनूं किवें पता लगूगा कि अल्फा पार्टिकल पास होए ने। तो इसने की किया इस दे आले दुआले एक जिंक सल्फाइड की स्क्रीन लगाती, इस दे आले दुआले की किया एक जिंक सल्फाइड की स्क्रीन लगाती। हुण जिंक सल्फाइड की स्क्रीन की है, ये इहो जी स्क्रीन है, फ्लोरीसेंट स्क्रीन है। अगर इस दे उपर कोई पार्टिकल हिट करता है तो आपां नूं की मिलणगे, स्पोर्ट्स मिलणगे, ठीक है।
कि वैन अल्फा पार्टिकल स्ट्राइक द जिंक सल्फाइड स्क्रीन, ਜਦੋਂ ਵੀ ਕੋਈ ਅਲਫਾ ਪਾਰਟੀਕਲ ਸਟਰਾਈਕ ਕਰੂਗਾ ਜਿੰਕ ਸਲਫਾਈਡ ਸਕਰੀਨ ਨੂੰ, ਦਿਸ ਸਕਰੀਨ ਪ੍ਰੋਡਿਊਸਿਸ ਫਲੈਸ਼ਿਸ, ਇਹ ਸਕਰੀਨ ਕੀ ਪ੍ਰੋਡਿਊਸ ਕਰੂਗੀ ਫਲੈਸ਼ਿਸ ਆਫ ਲਾਈਟ, ਔਰ ਵੀ ਕੈਨ ਸੇ ਇਟ ਸੈਂਟੀਲੇਸ਼ਨਸ। ਜਿਸ ਫਲੈਸ਼ਿਸ ਆਫ ਲਾਈਟ ਨੂੰ ਕੀ ਬੋਲਦੇ ਆਪਾਂ, ਸਿੰਟੀਲੇਸ਼ਨਸ। ਠੀਕ ਹੈ, ਜੋ ਫਲੈਸ਼ ਆਫ ਲਾਈਟ ਪ੍ਰੋਡਿਊਸ ਹੋਗੀ ਉਸ ਨੂੰ ਕੀ ਬੋਲਦੇ ਆ, ਸਿੰਟੀਲੇਸ਼ਨ। ਉਹ ਆਪਾਂ ਨੂੰ ਡਿਟੈਕਟ ਕਰਾਂਗੇ ਵਿਦ ਦ ਹੈਲਪ ਆਫ ਜਿੰਕ ਸਲਫਾਈਡ ਸਕਰੀਨ। ठीक है, जो इसने एक्सपैरीमेंट किया तो इसने की ऑबजर्व किया, इसकी फस्ट ऑबजरवेशन की सी, इसने देखा जो 99% पार्टिकल ने, जो 99% पार्टिकल ने वो थिन गोल्ड फाइल दे विचों, थिन गोल्ड फाइल दे विचों एज इट इज़ पास आउट हो गए। जो पार्टिकल 99% पार्टिकल 100% दे विचों 99% पार्टिकल एज इट इज़ की हो गए, पास आउट हो गए। तो इत्थों इसने कंक्लूड किया कि एटम के अंदर काफ़ी स्पेस की है, खाली है। एटम दे विच जो काफ़ी जगह है वो की अपने कोले खाली है। दूसरी ऑबजरवेशन की सी इसदी, फस्ट ऑबजरवेशन सी इसदी कि 99% पार्टिकल एज इट इज़ निकल गए, जिस तो इसने कंक्लूजन की कि काफ़ी स्पेस एटम के अंदर की है, एम्पटी है। दूसरे केस दे विच की ऑबजर्व किया इसने कि कुछ अल्फा पार्टिकल हम सब नूं पता की होंगे, पॉजिटिव चार्ज पार्टिकल्स, जिन्हों के उपर +2 पॉजिटिव चार्ज होंगे, तो मास कितना होंगे 4 AMU। सैकेंड ऑबजरवेशन की सी इसकी, इसने देखा कुछ पार्टिकल्स थोड़े समॉल एंगल के उपर डेविएट हो गए, कुछ पार्टिकल्स समॉल एंगल के उपर की हो गए, डेविएट हो गए। तो क्लीयरली दिख रहा है कुछ पार्टिकल्स की होया समॉल एंगल के उपर की हो गए, डेविएट हो गए। उस तो बाद नैक्सट ऑबजरवेशन की सी इसकी, ਹੁਣ ਤੁਹਾਡੇ दिमाग एक चीज़ घंटी दिमाग वजी होगी, की बैल वजी और दिमाग के विच, अल्फा पार्टिकल के पॉजिटिव चार्ज है, अल्फा पार्टिकल ताइयों डेविएट होगा अगर वो सेंटर के विचों कोई पॉजिटिव चार्ज चो लंघूगा, क्योंकि पॉजिटिव चार्ज तो पॉजिटिव चार्ज आपस की करनगे, रिपैल करनगे। तो जे रदरफोर्ड नूं पता सी कि अंदर कोई पॉजिटिव चार्ज पार्टिकल है सेंटर के अंदर, ताइयों पार्टिकल्स की कर रहे, रिपैल कर रहे हैं। तो थर्ड ऑबजरवेशन की सी उसकी, थर्ड उसकी ऑबजरवेशन सी कि उसने देखा 20,000 दे विचों 1 पार्टिकल, 20,000 दे विचों एक पार्टिकल मोर दैन 90 डिग्री, मोर दैन 90 डिग्री कि 90 डिग्री एंगल तो भी ज़्यादा, या 180 डिग्री ते, या 180 डिग्री ते पूरे का पूरा की होगा रिफ्लैक्ट बैक हो गया। उसनूं क्यों पता लग गया, क्योंकि जिंक सल्फाइड स्क्रीन के उपर उस पार्टिकल का कोई सपोर्ट नहीं आया। अगर 20,000 पार्टिकल सीगे तो 1999, ठीक है, अगर 20,000 पार्टिकल सीगे तो उसके कोले 1999 इन्ने पार्टिकल के सपोर्ट आए, बट एक पार्टिकल का सपोर्ट नहीं आया। उत्थों इसने कंक्लूड किया कि एक पार्टिकल पूरे का पूरा की होया, डिफ्लैक्ट बैक होया। तो इसने सोचा कि वो पार्टिकल पूरे का पूरा डिफ्लैक्ट बैक क्यों होया होगा, कि यहो जिहा की कारण है कि जो पार्टिकल आंदा सीधा जाता जाता पूरे का पूरा डिफ्लैक्ट बैक हो गया, बट कुछ पार्टिकल एज इट इज़ जा रहे थे। फस्ट ऑबजरवेशन तो अपन पता लग गया कि एटम के काफ़ी जगह की है, खाली है। हुण जो एक पार्टिकल पूरे का पूरा डिफ्लैक्ट क्यों होया, इसने कंक्लूड किया कि जो पॉजिटिव चार्ज पार्टिकल है, इसका मतलब अंदर कोई पॉजिटिव चार्ज पार्टिकल के सेंटर ऑफ मास ते हिट किया, जिथे पूरे का पूरा पॉजिटिव चार्ज कंसनट्रेटेड है, उत्थे जाके वो पार्टिकल की किया है, रिफ्लैक्ट किया है। इत्थों इसने कंक्लूड किया कि अंदर कोई हैविली पॉजिटिव चार्ज मास है, कि अंदर की पिया कोई हैविली पॉजिटिव चार्ज मास है। देखो इस डायग्राम के देखो तुहानूं दिख रहा है मैक्सीमम रेस सीधियां जा रही हैं, जो रेस न्यूक्लीयस के नाल, जो सेंटर के हैविली चार्ज पार्टिकल दिख रहा वाइट कलर का, इस दे नाल रेस नहीं टकराइयां। जो रेस बिल्कुल सेंटर ऑफ मास से जाके हिट की है, वो वाला पार्टिकल पूरे का पूरा की हो गया, डिफ्लैक्ट बैक हो गया। तो इत्थों इसने कंक्लूड किया कि एटम दे विच एक पॉजिटिवली चार्ज, एटम के अंदर एक पॉजिटिवली चार्ज हैवी मास बॉडी है, एक पॉजिटिवली चार्ज हैवी मास बॉडी है, जिसने ऑक्यूपाई किया बहुत छोटा वॉल्यूम, जिसने ऑक्यूपाई किया है बहुत छोटा वॉल्यूम, तो जिसनों आप की बोलते हैं न्यूक्लियस, जिसने एक बहुत छोटा वॉल्यूम ऑक्यूपाई किया है, तो जिसनों आप की बोलते हैं
ਨਿਊਕਲੀਅਸ ਬੋਲਦੇ ਆ। ਠੀਕ ਹੈ, ਤੇ ਇਸਨੇ ਸਪੋਜ਼ ਕੀਤਾ ਜੋ ਇਹ ਨਿਊਕਲੀਅਸ ਹੈ ਇਹ ਸੈਂਟਰ ਦੇ ਵਿੱਚ ਹੈ। ਜੋ ਨਿਊਕਲੀਅਸ ਹੈ ਉਹ ਐਟਮ ਦੇ ਕੀ ਹੈ, ਬਿਲਕੁਲ ਸੈਂਟਰ ਦੇ ਵਿੱਚ ਹੈ। ਹੁਣ ਇਸ ਦੀ ਸੈਕਿੰਡ ਕਨਕਲੂਜ਼ਨ ਕੀ ਸੀ? ਫਸਟ ਕਨਕਲੂਜ਼ਨ ਇਸਨੇ ਦਿੱਤੀ ਕਿ ਜੋ ਐਟਮ ਹੈ, ਐਟਮ ਦੇ ਸੈਂਟਰ ਦੇ ਵਿੱਚ ਇੱਕ ਹੈਵੀਲੀ ਚਾਰਜਡ ਮਾਸ ਬੋਡੀ ਹੈ। ਸੈਂਟਰ ਦੇ ਵਿੱਚ ਕੀ ਇੱਕ ਹੈਵੀਲੀ ਚਾਰਜ ਮਾਸ ਬੋਡੀ ਹੈ, ਜਿਸ ਨੂੰ ਆਪਾਂ ਕੀ ਬੋਲਦੇ ਹਾਂ, ਨਿਊਕਲੀਅਸ। ਸੈਕਿੰਡ ਕਨਕਲੂਜ਼ਨ ਕੀ ਸੀ? ਇਹ ਕਹਿੰਦਾ ਨਿਊਕਲੀਅਸ ਦੇ ਅਰਾਊਂਡ ਜੋ ਇਲੈਕਟ੍ਰੋਨਸ ਨੇ ਕਾफ़ी ज़्यादा हाई स्पीड ਦੇ ਨਾਲ ਰੋਟੇਟ ਕਰ ਰਹੇ ਹੈ। ਕਾफ़ੀ ज़्यादा ਹਾਈ ਸਪੀਡ ਦੇ ਵਿੱਚ ਕੀ ਕਰ ਰਹੇ ਹੈ, ਰੋਟੇਟ ਕਰ ਰਹੇ ਹੈ ਇਨ ਸਰਕੂਲਰ ਪਾਥ। ਇਸ ਨੇ ਕੀ ਕਿਹਾ, ਜੋ ਇਲੈਕਟ੍ਰੋਨਸ ਨੇ ਉਹ ਕਾफ़ੀ ज़्यादा ਹਾਈ ਸਪੀਡ ਦੇ ਨਾਲ ਰੋਟੇਟ ਕਰ ਰਹੇ ਹੈ ਅਰਾਊਂਡ ਦਾ ਨਿਊਕਲੀਅਸ ਐਟ ਵੈਰੀ ਹਾਈ ਸਪੀਡ ਇਨ ਸਰਕੂਲਰ ਪਾਥ। ਕਹਿੰਦਾ ਇਹ ਸਿਸਟਮ ਬਿਲਕੁਲ ਸੇਮ ਹੈ ਜਿਵੇਂ ਪਲੈਨਟਸ ਰਿਵੋਲਵ ਕਰਦੇ ਹੈ ਅਰਾਊਂਡ ਦਾ ਸਨ। ਜਿਵੇਂ ਅਰਥ ਰਿਵੋਲਵ ਕਰਦੀ ਹੈ ਅਰਾਊਂਡ ਦਾ ਸਨ, ਉਵੇਂ ਇਲੈਕਟ੍ਰੋਨ ਵੀ ਰਿਵੋਲਵ ਕਰ ਰਿਹਾ ਅਰਾਊਂਡ ਦਾ ਨਿਊਕਲੀਅਸ। ਇਸ ਕਰਕੇ ਰਦਰਫੋਰਡ ਦੇ ਮਾਡਲ ਨੂੰ ਪਲੈਨੇਟਰੀ ਮਾਡਲ ਵੀ ਬੋਲਦੇ ਆ। ਠੀਕ ਹੈ, ਰਦਰਫੋਰਡ ਦੇ ਮਾਡਲ ਨੂੰ ਕੀ ਬੋਲਦੇ ਆਪਾਂ? ਪਲੈਨੇਟਰੀ ਮਾਡਲ ਵੀ ਬੋਲਦੇ ਆ, ਪਲੈਨੇਟਰੀ ਮਾਡਲ ਆਫ ਐਟਮ। ਬਟ ਜੋ ਰਦਰਫੋਰਡ ਦਾ ਮਾਡਲ ਸੀ ਨਾ, ਇੱਕ 2D ਕੰਸੈਪਟ ਸੀਗਾ। ਇਹ ਕੀ ਸੀਗਾ? ਇੱਕ 2D ਕੰਸੈਪਟ ਸੀ। ਜੋ ਇਸਨੇ 2D ਮਾਡਲ ਬਣਾਇਆ ਹੈ ਸਿਰਫ ਇੱਕ ਪੇਪਰ ਦੇ ਉੱਪਰ, ਇਸ ਦੀ ਕਨਕਲੂਜ਼ਨ ਸੀ, ਇਸ ਦਾ ਖੁਦ ਦਾ ਮੰਨਣਾ ਸੀ ਕਿ ਇਲੈਕਟ੍ਰੋਨ ਐਵੇਂ ਕੀ ਕਰ ਰਹੇ, ਰੋਟੇਟ ਕਰ ਰਹੇ ਆ। ਠੀਕ ਹੈ, ਬਟ ਐਕਚੁਅਲ ਦੇ ਵਿੱਚ 2D ਮਾਡਲ ਆਫ ਐਟਮ ਇਜ਼ ਨੋਟ ਵੈਲਿਡ। ਅੱਗੇ ਆਪਾਂ ਪੜ੍ਹਾਂਗੇ ਬੋਹਰ ਮਾਡਲ ਆਫ ਐਟਮ, ਜਿਸ ਨੇ ਅੱਗੇ ਆਪਾਂ ਨੂੰ ਕੀ ਦਿੱਤਾ ਸੀਗਾ, 3D ਮਾਡਲ ਆਫ ਐਟਮ। ਠੀਕ ਹੈ, ਬਟ ਇਸ ਦੀ ਕੁਛ ਗੱਲਾਂ ਠੀਕ ਸੀ ਕਿ ਐਟਮ ਦੇ ਅੰਦਰ ਕਾफ़ੀ ਜਗ੍ਹਾ ਕੀ ਖਾਲੀ ਹੈ। ਐਟਮ ਦੇ ਸੈਂਟਰ ਦੇ ਵਿੱਚ ਹੈਵਲੀ ਚਾਰਜ ਬੋਡੀ ਹੈ, ਜਿਸ ਨੂੰ ਆਪਾਂ ਕੀ ਬੋਲਦੇ ਹਾਂ, ਨਿਊਕਲੀਅਸ। ਜਿੱਥੇ ਐਟਮ ਦਾ ਸਾਰਾ ਮਾਸ ਕੀ ਹੈ, ਕੰਸਨਟ੍ਰੇਟਡ ਹੈ। ਜਿੱਥੇ ਐਟਮ ਦਾ ਸਾਰਾ ਮਾਸ ਕੀ ਹੈ, ਕੰਸਨਟ੍ਰੇਟਡ ਹੈ। ਅੱਜ ਆਪਾਂ 2 ਮਾਡਲ ਆਫ ਐਟਮ ਕੀਤੇ। ਫਸਟ ਕੀ ਕੀਤਾ ਵਾ, ਜੇ ਥੋਮਸਨ ਮਾਡਲ ਆਫ ਐਟਮ, ਜਿਸ ਨੂੰ ਕੀ ਬੋਲਦੇ ਆ, ਪਲਮ ਪੁਡਿੰਗ ਮਾਡਲ, ਰੇਸਿਨ ਪੁਡਿੰਗ ਮਾਡਲ ਐਂਡ ਵਾਟਰਮੈਲਨ ਮਾਡਲ। ਨੈਕਸਟ ਮਾਡਲ ਕੀਤਾ ਆਪਾਂ ਰਦਰਫੋਰਡਸ ਐਟੋਮਿਕ ਮਾਡਲ, ਜਿਸ ਨੂੰ ਕੀ ਬੋਲਦੇ ਆ, ਪਲੈਨੇਟਰੀ ਮਾਡਲ। ਇਹ ਕੁਝ ਪੋਸਟੂਲੇਟਸ ਲਿਖੇ ਹੋਏ ਨੇ ਜੋ ਇਸ ਦੀ ਓਬਜ਼ਰਵੇਸ਼ਨ ਸੀਗੀਆਂ ਅਤੇ ਕਨਕਲੂਜ਼ਨ ਸੀਗੇ। ਅੱਜ ਦੇ ਲਈ ਕਾफ़ੀ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ठीक है, अगर वीडियो पसंद आई तो वीडियो जरूर सब्सक्राइब करो। थैंक यू।